ਸਭ ਤੋਂ ਪਹਿਲਾਂ ਜਿਸ ਗੱਲ ਵੱਲ ਧਿਆਨ ਦੇਣ ਦੀ ਜ਼ਰੂਰਤ ਆ ਕਿ ਤੁਸੀਂ ਸਿਲੇਬਸ 'ਤੇ ਧਿਆਨ ਕੇਂਦਰਿਤ ਕਰੋ। ਆਮ ਹਾਲਤਾਂ ਵਿੱਚ ਅਸੀਂ ਤੁਹਾਨੂੰ ਇਹ ਸਲਾਹ ਦਿੰਦੇ ਹੁੰਦੇ ਹਾਂ ਕਿ ਸਿਲੇਬਸ ਤੋਂ ਬਾਹਰ ਪੜ੍ਹੋ ਤਾਂ ਜੋ ਤੁਹਾਡੇ ਗਿਆਨ ਦੇ ਦਸਹੱਦੇ ਖੁੱਲ੍ਹ ਸਕਣ, ਪਰ ਇਸ ਸਮੇਂ ਸਮਾਂ ਘੱਟ ਹੈ ਕਿਉਂਕਿ ਇਹ ਬਹੁਤ ਚੋਣ ਪ੍ਰਸ਼ਨਾਂ ਦੇ ਉੱਤਰ ਦੇਣੇ ਆ। ਤੁਸੀਂ ਉਸ ਹਾਲਤ ਦੇ ਵਿੱਚ ਤੁਸੀਂ ਸਿਰਫ ਅਤੇ ਸਿਰਫ ਸਿਲੇਬਸ ਦੇ ਉੱਤੇ ਧਿਆਨ ਕੇਂਦਰਿਤ ਕਰੋ, ਸਿਲੇਬਸ ਨੂੰ ਪੜ੍ਹੋ। ਦੂਸਰੀ ਇੱਕ ਗੱਲ ਮੈਂ ਪਹਿਲਾਂ ਵੀ ਕਹੀ ਸੀ, ਅੱਜ ਫਿਰ ਦੁਹਰਾ ਦਿੰਦਾ ਕਿ ਪ੍ਰਮਾਣਿਕ ਪੁਸਤਕਾਂ ਪੜ੍ਹੋ, ਵੱਡੇ ਲੇਖਕਾਂ ਦੀਆਂ ਲਿਖੀਆਂ ਪੁਸਤਕਾਂ ਪੜ੍ਹੋ। ਉਹ ਪੁਸਤਕਾਂ ਪੜ੍ਹੋ ਜਿਹੜੀਆਂ ਸਰਕਾਰੀ ਅਦਾਰਿਆਂ ਨੇ ਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜਾਂ ਦਿੱਲੀ ਅਕੈਡਮੀ ਨੇ ਛਾਪੀਆਂ ਨੇ ਜਾਂ ਵੱਡੇ ਪ੍ਰਕਾਸ਼ਕਾਂ ਨੇ ਛਾਪੀਆਂ ਨੇ। ਦੋਮ ਦਰਜੇ ਦੀਆਂ ਕਿਤਾਬਾਂ ਨਾ ਪੜ੍ਹੋ। ਉਸ ਦਾ ਕਾਰਨ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਦੋਮ ਦਰਜੇ ਦੀਆਂ ਕਿਤਾਬਾਂ ਪੜ੍ਹਦੇ ਆ ਅਤੇ ਜਦੋਂ ਤੁਹਾਡੇ ਉੱਤਰ ਤੁਸੀਂ ਆਪਣੇ ਵੱਲੋਂ ਸਹੀ ਯਾਦ ਕੀਤਾ, ਸਹੀ ਹੀ ਤੁਸੀਂ ਉੱਤਰ ਦਿੰਦੇ ਆ, ਇਸ ਦੇ ਬਾਵਜੂਦ ਵੀ ਜਦੋਂ ਕਿਤੇ ਡਿਸਪਿਊਟ ਪੈਦਾ ਹੁੰਦਾ ਤਾਂ ਕੋਰਟ ਵਿੱਚ ਜਿਹੜੀਆਂ ਕਿਤਾਬਾਂ ਪੇਸ਼ ਕੀਤੀਆਂ ਜਾਂਦੀਆਂ ਉਹ ਪ੍ਰਮਾਣਿਕ ਕਿਤਾਬਾਂ ਨੂੰ ਹੀ ਮਾਨਤਾ ਹਾਸਲ ਹੁੰਦੀ ਹੈ। ਤੀਜੀ ਜਿਹੜੀ ਗੱਲ ਹੈਗੀ ਆ ਕਿ ਇਸ ਸਮੇਂ ਕਿਉਂਕਿ ਇਹ ਬਹੁਤ ਚੋਣ ਪ੍ਰਸ਼ਨ ਹੀ ਪੁੱਛੇ ਜਾਣੇ ਆ, ਇਸ ਲਈ ਜਿਹੜੇ ਸਵਾਲ ਆਮ ਮਾਰਕੀਟ ਦੇ ਵਿੱਚ ਕਿਤਾਬਾਂ ਮਿਲਦੀਆਂ ਪ੍ਰਸ਼ਨ ਉੱਤਰ ਦੇ ਰੂਪ ਵਿੱਚ, ਜਿਨ੍ਹਾਂ ਦੇ 4 ਆਪਸ਼ਨਸ ਦਿੱਤੇ ਹੁੰਦੇ ਆ, ਉਹਨਾਂ ਕਿਤਾਬਾਂ ਦੇ ਵਿੱਚੋਂ ਤੁਸੀਂ ਤਿਆਰੀ ਕਰ ਲਓ ਕਿਉਂਕਿ ਬਹੁਤੇ ਵਾਰੀ ਇਹ ਵੀ ਹੁੰਦਾ ਹੈ ਕਿ ਉਹਨਾਂ ਬਣੇ ਬਣਾਏ ਪ੍ਰਸ਼ਨਾਂ ਦੇ ਵਿੱਚੋਂ ਹੀ ਤੁਹਾਨੂੰ ਪ੍ਰਸ਼ਨ ਪੁੱਛੇ ਜਾਂਦੇ ਆ। ਜਿਹੜੀ ਇਸ ਸੰਬੰਧੀ ਅਗਲੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹੈ ਕਿ ਆਮ ਹਾਲਤਾਂ ਦੇ ਵਿੱਚ ਅਸੀਂ ਜ਼ਿਆਦਾ ਜ਼ੋਰ ਆ ਜਿਹੜਾ ਉਹ ਸੰਕਲਪਾਂ ਨੂੰ ਸਮਝਣ 'ਤੇ ਵਿਸ਼ੇ ਦੀ ਵਿਆਖਿਆ 'ਤੇ ਲਾਉਣੇ ਆ, ਪਰ ਬਹੁਤ ਚੋਣ ਪ੍ਰਸ਼ਨਾਂ ਦੇ ਵਿੱਚ ਸੰਕਲਪ ਤਾਂ ਹੁੰਦੇ ਨੇ ਪਰ ਉਹਨਾਂ ਦਾ ਜਿਹੜਾ ਰੂਪ ਆ ਉਹ ਵੱਖਰਾ ਹੁੰਦਾ ਹੈ। ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਕਿ ਸਮਾਂ, ਸਥਾਨ, ਨਾਂ ਨੂੰ ਕਿਵੇਂ ਨਾ ਕਿਵੇਂ ਯਾਦ ਕਰੋ। ਇਹ ਨੁਕਤਿਆਂ ਦੇ ਨਾਲ ਤੁਸੀਂ ਵਧੇਰੇ ਕਾਮਯਾਬੀ ਹਾਸਲ ਕਰ ਸਕੋਗੇ। ਵੈਸੇ ਤਾਂ ਜਿਹੜੀਆਂ ਤੁਸੀਂ ਪਿਛਲੇ ਸਮੇਂ ਦੇ ਵਿੱਚ ਤਿਆਰੀ ਕਰੀ ਹੈ ਉਹੀ ਕੰਮ ਆਉਣੀ ਆ, ਪਰ ਇਸ ਦੇ ਬਾਵਜੂਦ ਇਸ ਸਮੇਂ ਵਿਸ਼ੇਸ਼ ਢੰਗ ਨਾਲ ਕੀਤੀ ਤਿਆਰੀ ਨੇ ਵੀ ਆਪਣਾ ਫਰਕ ਪਾਉਣਾ ਹੈ। ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਸੀ ਕਿ ਤੁਸੀਂ ਪਿਛਲੇ ਜਿਹੜੇ 10 ਸਾਲਾਂ ਦੇ UGC ਦੇ ਪੇਪਰ ਨੇ ਉਹਨਾਂ ਨੂੰ ਵੀ ਹੱਲ ਕਰਨ ਦੀ ਕੋਸ਼ਿਸ਼ ਕਰੋ। ਅਗਲੀ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਕਿ ਵੈਸੇ ਤਾਂ ਕਿਹਾ ਕਿ ਤੁਹਾਨੂੰ ਪ੍ਰਮਾਣਿਕ ਪੁਸਤਕਾਂ ਦੇ ਵਿੱਚੋਂ ਹੀ ਤਿਆਰੀ ਕਰੋ, ਪਰ ਤੁਹਾਡੇ ਜਿਹੜੇ ਬਹੁਤ ਸਾਰੀਆਂ ਵਿਧਾਵਾਂ ਦੀ ਪਰਿਭਾਸ਼ਾ ਜਾਂ ਉਹਨਾਂ ਦੇ ਲੱਛਣ ਜਾਂ ਤੱਤ, ਇਹੋ ਜਿਹੀਆਂ ਚੀਜ਼ਾਂ ਦੇ ਲਈ ਤੁਸੀਂ ਪੰਜਾਬੀਪੀਡੀਆ ਵੀ ਦੇਖ ਸਕਦੇ ਹਾਂ। ਤਾਂ ਪੰਜਾਬੀਪੀਡੀਆ ਦੀ ਜਿਹੜੀ ਐਪ ਆ ਉਹ ਡਾਊਨਲੋਡ ਕਰ ਲਓ ਅਤੇ ਪੰਜਾਬੀਪੀਡੀਆ ਦੇ ਵਿੱਚ ਵੀ ਤੁਸੀਂ ਇਹਨਾਂ ਚੀਜ਼ਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਅਗਲੀ ਜਿਹੜੀ ਗੱਲ ਹੈਗੀ ਆ ਕਿ ਤੁਸੀਂ ਇਸ ਵਿੱਚ ਨੈਗੇਟਿਵ ਮਾਰਕਿੰਗ ਨਹੀਂ, ਇਸ ਲਈ ਸਾਰੇ ਪ੍ਰਸ਼ਨ ਆ ਜਿਹੜੇ ਉਹ ਹੱਲ ਕਰਨੇ, ਪਰੰਤੂ ਪ੍ਰਸ਼ਨਾਂ ਨੂੰ ਹੱਲ ਕਰਨ ਸਮੇਂ ਇੱਕ ਗੱਲ ਜ਼ਰੂਰ ਧਿਆਨ ਰੱਖਣਾ ਕਿ ਸਮਾਂ ਵੰਡ ਕਰ ਲੈਣੀ। ਕਿਸੇ ਵੀ ਪ੍ਰਸ਼ਨ ਉੱਤੇ ਇਹ ਨਾ ਹੋਵੇ ਕਿ ਤੁਸੀਂ ਲੋੜੋਂ ਵੱਧ ਸਮਾਂ ਲਾ ਦਿਓ ਅਤੇ ਬਾਅਦ ਦੇ ਵਿੱਚ ਤੁਹਾਡੇ ਕੁਝ ਪ੍ਰਸ਼ਨ ਹੱਲ ਕਰਨੋਂ ਰਹਿ ਜਾਣ। ਇਸ ਲਈ ਯੋਗ ਸਮਾਂ ਵੰਡ ਕਰਕੇ ਹੀ ਸਾਰੇ ਪ੍ਰਸ਼ਨਾਂ ਨੂੰ ਬਰਾਬਰ ਸਮਾਂ ਦਿਓ। ਬਾਕੀ ਵਾਧੂ ਫਿਕਰ ਲਾਹੋ, ਹੁਣ ਬੀਤੇ 'ਤੇ ਨਾ ਝੂਰੋ। ਇਹ ਵੀ ਨਾ ਕਹੋ ਕਿ ਮੈਂ ਕਿਉਂ ਇੰਨਾ ਸਮਾਂ ਖੋਜ ਦੇ ਵਿੱਚ ਜਾਇਆ ਕੀਤਾ ਜਾਂ ਮੈਂ ਇੰਨਾ ਸਮਾਂ ਕਿਉਂ ਪੜ੍ਹਾਉਣ ਦੇ ਵਿੱਚ ਤਜਰਬਾ ਹਾਸਲ ਕੀਤਾ, ਇਹਨਾਂ ਨੂੰ ਤਾਂ ਓਨੇ ਨੰਬਰ ਨਹੀਂ ਪ੍ਰਾਪਤ ਹੋ ਰਹੇ। ਨਾ ਤੁਹਾਡਾ ਕਿਤੇ ਪੜ੍ਹਿਆ ਅਜਾਈ ਜਾਣਾ, ਨਾ ਤੁਹਾਡੀ ਖੋਜ ਅਜਾਈ ਜਾਣੀ ਹੈ, ਨਾ ਹੀ ਤੁਹਾਡਾ ਤਜਰਬਾ ਅਜਾਈ ਜਾਣਾ। ਉਹ ਸਭ ਕੁਝ ਹੀ ਤੁਹਾਨੂੰ ਇੱਥੇ ਲਾਜ਼ਮੀ ਤੌਰ 'ਤੇ ਪੇਪਰ ਹੱਲ ਕਰਨ ਦੇ ਵਿੱਚ ਫਾਇਦਾ ਦੇਵੇਗਾ। ਸਿਰਫ ਆਪਣੇ ਆਪ 'ਤੇ ਵਿਸ਼ਵਾਸ ਰੱਖੋ, ਨਿਸ਼ਚਾ ਰੱਖੋ, ਕਾਮਯਾਬੀ ਮਿਲੇਗੀ। ਇੱਕ ਗੱਲ ਦਾ ਹੋਰ ਖਿਆਲ ਰੱਖਣਾ ਹੈ ਕਿ ਸਾਰੇ ਸਿਲੇਬਸ ਨੂੰ ਇੱਕੋ ਜਿੰਨਾ ਸਮਾਂ ਦੇਣਾ ਹੈ ਕਿਉਂਕਿ ਸਿਲੇਬਸ ਦੇ ਹਰ ਭਾਗ ਵਿੱਚੋਂ ਹੀ ਪ੍ਰਸ਼ਨ ਪੁੱਛੇ ਜਾਣੇ ਹਨ ਅਤੇ ਇਹ ਪ੍ਰਸ਼ਨ ਰੈਂਡਮ ਰੂਪ ਵਿੱਚ ਪੁੱਛੇ ਜਾਣੇ ਹਨ। ਇਸ ਲਈ ਤੁਸੀਂ ਕੋਈ ਵੀ ਭਾਗ ਛੱਡ ਨਹੀਂ ਸਕਦੇ ਕਿਉਂਕਿ ਆਮ ਹਾਲਤਾਂ ਵਿੱਚ ਅਸੀਂ ਕੁਝ ਭਾਗ ਇਸ ਕਰਕੇ ਛੱਡ ਦਿੰਦੇ ਹਾਂ ਕਿ ਵੱਧ ਤੋਂ ਵੱਧ ਇਸ ਨਾਲ ਕੁਝ ਨੰਬਰ ਘੱਟ ਜਾਣਗੇ, ਪਰ ਦੂਸਰੇ ਪਾਸੇ ਸਾਡੇ ਕੁਝ ਨੰਬਰ ਵੱਧ ਜਾਣਗੇ। ਪਰ ਇਸ ਤਰ੍ਹਾਂ ਦੇ ਕੰਪੀਟੀਸ਼ਨ ਐਗਜ਼ਾਮ ਵਿੱਚ ਇੱਕ ਨੰਬਰ ਦੀ ਜ਼ਰੂਰਤ ਪੈਂਦੀ ਹੈ। ਤੁਸੀਂ ਕੋਈ ਵੀ ਪੋਰਸ਼ਨ ਛੱਡ ਨਹੀਂ ਸਕਦੇ।